ਹੈਲੋ ਡੀਅਰ ਸਟੂਡੈਂਟਸ, ਤੁਹਾਡਾ ਸਭ ਦਾ ਸਾਡੇ YouTube ਚੈਨਲ ਦੇ ਉੱਪਰ ਵੈਲਕਮ ਹੈ। ਅੱਜ ਅਸੀਂ ਤੁਹਾਨੂੰ ਕਲਾਸ ਇੰਟਰਵਲਸ ਕੰਸਟਰਕਟ ਕਰਨੇ ਸਿਖਾਵਾਂਗੇ। ਅਗਰ ਤੁਹਾਨੂੰ ਐਕਚੁਅਲ ਮੀਨ ਗਿਵਨ ਹੋਏ, ਅਜ਼ਿਊਮਡ ਮੀਨ ਗਿਵਨ ਹੋਏ ਔਰ ਜੋ ਸਟੈਪ ਡੈਵੀਏਸ਼ਨ ਹੈ ਉਸ ਦੀ ਵੈਲਿਊ ਗਿਵਨ ਹੋਏ ਤਾਂ ਸਟੂਡੈਂਟ ਤੁਹਾਡੇ ਸਾਹਮਣੇ ਜਿਹੜਾ ਕੁਐਸਚਨ ਅਸੀਂ ਸੋਲਵ ਕਰਾਂਗੇ ਉਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਅਵੇਲੇਬਲ ਹੈ that is actual mean is available. Actual mean ਸਾਨੂੰ 33 given है, assumed mean 35 given है और ਤੁਹਾਨੂੰ step deviation ਦੀਆਂ values given है और then ਤੁਹਾਨੂੰ frequency ਜਿਹੜੀ ਹੈ ਉਹ given है। ਤਾਂ ਤੁਸੀਂ ਇਸ information ਤੋਂ students class intervals ਜਿਹੜੇ ਆ ਉਹ construct ਕਰਨੇ ਆ। ਤਾਂ class intervals ਕਿਵੇਂ construct ਹੋਣਗੇ ਉਸ ਦੇ ਲਈ ਅਸੀਂ step by step ਤੁਹਾਡੇ ਨਾਲ discussion ਕਰਾਂਗੇ। ਤਾਂ ਸਭ ਤੋਂ ਪਹਿਲਾਂ ਸਟੂਡੈਂਟਸ ਸਟੈਪ ਡੈਵੀਏਸ਼ਨ ਕਿਆ ਹੁੰਦਾ ਹੈ। ਸਟੈਪ ਡੈਵੀਏਸ਼ਨ ਬੇਸਿਕਲੀ ਹੈ ਜਿਸ ਨੂੰ ਆਪਾਂ ਜਦੋਂ ਵੀ ਨਿਊਮੈਰੀਕਲ ਕਰਦੇ ਹਾਂ, ਮੀਨ ਦੇ ਨਿਊਮੈਰੀਕਲ ਕਰਦੇ ਹਾਂ, ਉਸ ਵਕਤ ਜਿਹੜਾ ਤੁਹਾਡਾ ਸਟੈਪ ਡੈਵੀਏਸ਼ਨ ਹੈ ਉਸ ਨੂੰ ਅਸੀਂ ਡੀ ਡੈਸ਼ ਨਾਲ ਲਿਖਦੇ ਹਾਂ। ਠੀਕ ਹੈ ਸਟੂਡੈਂਟਸ, ਜਿਵੇਂ ਫੋਰ ਐਗਜ਼ਾਮਪਲ ਤੁਹਾਨੂੰ ਸਭ ਨੂੰ ਪਤਾ ਕਿ ਇੱਕ ਆਪਾਂ ਡੀ ਨਿਕਾਲਦੇ ਹੁੰਦੇ ਸੀ। ਠੀਕ ਹੈ, ਡੀ ਮੀਨਸ ਡੈਵੀਏਸ਼ਨ ਔਰ ਉਹ ਡੈਵੀਏਸ਼ਨ ਕਿਸ ਤਰ੍ਹਾਂ ਆਉਂਦੀ ਸੀ, ਜੋ ਤੁਹਾਡੀਆਂ ਮਿਡ ਵੈਲਿਊਜ਼ ਹੁੰਦੀਆਂ ਸੀ ਤੁਸੀਂ ਉਸ ਮਿਡ ਵੈਲਿਊਜ਼ ਦੇ ਵਿੱਚੋਂ ਅਜ਼ਿਊਮਡ ਵੈਲਿਊ ਮਾਈਨਸ ਕਰਦੇ ਸੀ, ਦੈਨ ਯੂ ਵਿਲ ਗੈਟ ਦੀ ਡੈਵੀਏਸ਼ਨਸ। ਔਰ ਇਸ ਨੂੰ ਡੀ ਨੂੰ ਸਮ ਟਾਈਮ ਵੀ ਰਾਈਟ dx, ਤਾਂ ਉਸ ਦੀ ਕੋਈ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਡੀ ਵੀ ਲਿਖਿਆ ਜਾ ਸਕਦਾ, dx ਵੀ ਲਿਖਿਆ ਜਾ ਸਕਦਾ ਹੈ। ਤਾਂ ਸਟੂਡੈਂਟਸ ਜਿਹੜਾ ਉਹ ਡੀ ਸੀ, ਡੀ ਇਜ਼ ਡੈਵੀਏਸ਼ਨ। ਉਸ ਤੋਂ ਬਾਅਦ ਸਟੂਡੈਂਟ ਸਪੋਜ਼ ਕਰੋ ਜਿਹੜੀ ਤੁਹਾਡੀ ਡੈਵੀਏਸ਼ਨ ਦੀ ਵੈਲਿਊ ਹੈ, ਸਪੋਜ਼ ਕਰੋ ਫਸਟ ਵੈਲਿਊ ਇਜ਼ ਆ ਗਈ -10, ਦੈਨ ਨੈਕਸਟ ਵੈਲਿਊ ਆ ਗਈ -5, ਦੈਨ ਨੈਕਸਟ ਵੈਲਿਊ ਆ ਗਈ 0, ਦੈਨ ਆ ਗਈ 5, ਦੈਨ 10। ਉਸ ਤੋਂ ਬਾਅਦ ਸਟੂਡੈਂਟਸ ਆਪਾਂ ਕਿਆ ਕਰਦੇ ਸੀ, ਡੀ ਡੈਸ਼ ਨਿਕਾਲਦੇ ਸੀ, ਡੀ ਡੈਸ਼ ਔਰ ਡੀ ਡੈਸ਼ x, ਯਾਨੀ ਕਿ ਜਿਹੜੀਆਂ ਇਹ ਵੈਲਿਊਜ਼ ਹੈ ਇਹਨਾਂ ਵੈਲਿਊਜ਼ ਦੇ ਵਿੱਚੋਂ ਆਪਾਂ ਇੱਕ ਕਾਮਨ ਫੈਕਟਰ ਨਿਕਾਲਦੇ ਸੀਗੇ। ਠੀਕ, ਤੇ d ਨੂੰ ਉਸ ਕਾਮਨ ਫੈਕਟਰ ਤੇ ਡਿਵਾਈਡ ਕਰਕੇ d ਡੈਸ਼ x ਆ ਜਾਂਦਾ ਸੀ। ਫੋਰ ਐਗਜ਼ਾਮਪਲ ਜਿਵੇਂ d divided by i, what is the meaning of i? I is the common factor or common value from these values, यानी कि -10, -5, 0, 5, 10 चो क्या common निकल सकता है। Let's suppose common is 5, अगर common 5 निकलेगा तो ਜਿਹੜਾ d dash x ਦੀਆਂ ਉਸਦੀਆਂ values क्या ਹੋਣਗੀਆਂ, -2, then -1, 0, then 1, then 2। so in this way ਤੁਹਾਨੂੰ ਇਹ ਪਤਾ ਚੱਲ ਗਿਆ ਕਿ d ਔਰ d dash ਦੇ ਵਿੱਚ ਕਿਆ ਡਿਫਰੈਂਸ ਹੁੰਦਾ ਹੈ। ਠੀਕ ਹੈ ਸਟੂਡੈਂਟਸ, ਜਿਹੜਾ d dash ਹੈ ਉਸ ਨੂੰ ਹੀ ਅਸੀਂ ਸਟੈਪ ਡੈਵੀਏਸ਼ਨ ਦਾ ਨਾਮ ਦਿੰਨੇ ਹੈਗੇ ਆ। ਹੁਣ ਅਸੀਂ ਸਟੂਡੈਂਟਸ ਕਿਆ ਕਰਨਾ ਹੈ, ਇਸ ਇਨਫੋਰਮੇਸ਼ਨ ਤੋਂ ਕਲਾਸ ਇੰਟਰਵਲਸ ਜਿਹੜੇ ਆ ਉਹ ਕੰਸਟਰਕਟ ਕਰਾਂਗੇ। ਤਾਂ ਹੁਣ ਸਟੂਡੈਂਟ ਸਭ ਤੋਂ ਪਹਿਲਾਂ ਆਪਾਂ ਕਿਆ ਕਰੀਏ ਕਿ ਸਟੈਪ ਡੈਵੀਏਸ਼ਨ ਤੋਂ ਆਪਾਂ ਨੂੰ ਜਿਹੜੀ ਡੈਵੀਏਸ਼ਨ ਹੈ ਉਹ ਚਾਹੀਦੀ ਹੈ, ਮਤਲਬ ਆਪਾਂ ਸਟੈਪ ਡੈਵੀਏਸ਼ਨ ਤੋਂ ਡੈਵੀਏਸ਼ਨ ਨਿਕਾਲਾਂਗੇ। ਉਸ ਦੇ ਲਈ ਸਾਨੂੰ i ਦੀ ਜ਼ਰੂਰਤ ਹੈ। ਤਾਂ ਉਹ ਕਿਸ ਤਰ੍ਹਾਂ ਆਏਗਾ, ਤਾਂ ਸਭ ਤੋਂ ਪਹਿਲਾਂ ਸਟੂਡੈਂਟਸ ਕਿਆ ਕਰੋ, ਤੁਸੀਂ f ਜੋ ਹੈ, ਜੋ ਫ੍ਰੀਕੁਐਂਸੀ ਹੈ ਤੁਹਾਡੀ, ਉਸ ਦੀ d ਡੈਸ਼ ਦੇ ਨਾਲ ਮਲਟੀਪਲਾਈ ਕਰ ਦਿਓ। ਸੋ ਠੀਕ ਹੈ, ਸਾਰੇ ਮਲਟੀਪਲਾਈ ਕਰ ਦਿਓ। ਇਹ ਆਏਗਾ ਤੁਹਾਡੇ ਕੋਲ -15, ਇਹ ਆਏਗਾ ਤੁਹਾਡੇ ਕੋਲ -20, then आएगा -25, then 0, then 20, then ਤੁਹਾਡੇ ਕੋਲ again ਆਏਗਾ 20। ਉਸ ਤੋਂ ਬਾਅਦ ਸਟੂਡੈਂਟਸ ਨੈਕਸਟ ਜਿਹੜਾ ਸਟੈਪ ਹੈ ਉਹ ਕਿਆ ਕਰਨਾ ਹੈ, ਤੁਸੀਂ ਇਸ ਦਾ ਟੋਟਲ ਲਗਾ ਲੈਣਾ ਹੈ। ਠੀਕ ਹੈ, ਸਿਗਮਾ f d ਡੈਸ਼, ਯਾਨੀ ਕਿ ਜੋ ਇਹ ਵੈਲਿਊਜ਼ ਤੁਸੀਂ ਨਿਕਾਲੀਆਂ ਨੇ ਇਹਨਾਂ ਸਭ ਦਾ ਸਮ ਕਰ ਦਿਓ, ਇਹਨਾਂ ਸਭ ਦਾ ਸਮ। ਤਾਂ ਸਟੂਡੈਂਟਸ ਉਹ ਸਭ ਦਾ ਜਿਹੜਾ ਸਮ ਹੈ that comes to -20, ਉਹ ਤੁਹਾਡੇ ਕੋਲ -20 ਆ ਗਿਆ। ਠੀਕ ਹੈ, ਸਮ ਕਰਕੇ -20 ਆ ਗਿਆ। ਔਰ ਜੋ ਤੁਹਾਡੀ ਫ੍ਰੀਕੁਐਂਸੀ ਦਾ ਸਮ ਹੈ, ਯਾਨੀ ਕਿ ਜੋ ਸਿਗਮਾ f ਹੈ, ਜੋ ਫ੍ਰੀਕੁਐਂਸੀ ਦਾ ਟੋਟਲ ਹੈ। ਠੀਕ ਹੈ ਜੀ, ਤਾਂ ਸਟੂਡੈਂਟ ਜੋ 5, 10, 25, 30, 20, 10 ਇਸ ਦਾ ਸਮ ਕਰਕੇ ਜੋ ਤੁਹਾਡੇ ਕੋਲ ਸਿਗਮਾ f ਹੈ, ਜਿਸ ਨੂੰ ਆਪਾਂ n ਵੀ ਬੋਲ ਸਕਦੇ ਹਾਂ, ਔਰ ਨੰਬਰ ਆਫ ਆਈਟਮਸ that comes to 100।
ਤੁਹਾਡੇ ਕੋਲ ਨੰਬਰ ਆਫ ਆਈਟਮਸ ਆ ਗਈਆਂ 100। ਤਾਂ ਹੁਣ ਸਟੂਡੈਂਟ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਅਵੇਲੇਬਲ ਹੈ ਔਰ ਇੱਕ ਇਨਫੋਰਮੇਸ਼ਨ ਸਾਡੇ ਕੋਲ ਅਵੇਲੇਬਲ ਹੈ that is ਸਾਡੇ ਕੋਲ assumed ਤੇ actual mean given ਹੈ। ਅਸੀਂ क्या ਕਰਾਂਗੇ, ਇਸ ਇਨਫੋਰਮੇਸ਼ਨ ਤੋਂ ਅਸੀਂ i ਦੀ ਵੈਲਿਊ ਨਿਕਾਲ ਲਾਂਗੇ ਬਿਕੋਜ਼ ਜੋ ਸਟੈਪ ਡੇਵੀਏਸ਼ਨ ਦੇ ਅਕੋਰਡਿੰਗ ਮੀਨ ਦਾ ਫਾਰਮੂਲਾ ਹੈ that is ਹੈ x bar यानी कि मीन एक्चुअल मीन इज इक्वल टू assumed वैल्यू प्लस सिग्मा एफ डी डैश ओवर n into i। ठीक है, सो दिस इज द फॉर्मूला ऑफ मीन। सो जो स्टूडेंट्स इन्फॉर्मेशन तुहाडे कोल अवेलेबल है उसनू पुट अप कर दो। एक्चुअल मीन इज अवेलेबल दैट इज 33, assumed mean is available that is 35, sigma f d dash x is available that is minus 20, n is available that is 100 and I is not available। I ਦੀ ਵੈਲਿਊ ਆਪਾਂ ਨੂੰ ਨਹੀਂ ਪਤਾ ਹੈ, ਉसी ਜਗ੍ਹਾ ਤੇ I ਹੀ ਲਿਖ ਦੋ। ਤਾਂ ਹੁਣ ਸਟੂਡੈਂਟਸ क्या ਕਰਾਂਗੇ, ਆਪਾਂ ਇਸ ਦੀ ਸਿੰਪਲੀਫਿਕੇਸ਼ਨ ਕਰਾਂਗੇ। ठीक, तो 33 चो 35 माइनस कर दो, 35 इस साइड माइनस हो जाएगा। जो आप 33 चो 35 माइनस करांगे यू विल गेट -2। तो इस साइड स्टूडेंट्स तुहाडे कोल आ गया -20i ओवर 100। ठीक है, 100 स्टूडेंट्स इस साइड चला जाएगा तो तुहाडे कोल आ जाएगा -200 इज इक्वल टू -20i। माइनस ना माइनस कैंसल और 20 से डिवाइड हो जाएगा और यू विल गेट i दी वैल्यू इज इक्वल टू 10। सो इन दिस वे थोड़े को जो i दी वैल्यू है दैट इज है 10, यानी कि ये एक इंपॉर्टेंट जी इन्फॉर्मेशन है स्टूडेंट्स वो थोड़े को अवेलेबल हो चुकी है। हुण स्टूडेंट्स आप क्या करांगे, जिवें मैं तुहानूं पहलां भी दस्सिया सीगा कि अपने को स्टैप डेविएशन गिवन है और स्टैप डेविएशन तो आप डेविएशन निकालनी है, आप d दी वैल्यू निकालनी है। ਜਿਹੜਾ d ਡੈਸ਼ ਹੁੰਦਾ ਨਾ, d ਡੈਸ਼ ਉਹ ਕਿਸ ਤਰ੍ਹਾਂ ਨਿਕਲਦਾ ਹੈ, ਜਿਹੜੀ d ਹੁੰਦੀ ਹੈ ਡੈਵੀਏਸ਼ਨ ਹੁੰਦੀ ਹੈ ਉਸ ਨੂੰ i ਤੇ ਡਿਵਾਈਡ ਕਰਕੇ। ਨਾਓ d ਡੈਸ਼ ਇਜ਼ ਗਿਵਨ ਬਟ d ਇਜ਼ ਨਾਟ ਗਿਵਨ। ਤੁਸੀਂ ਕੀ ਕਰੋ, d ਡੈਸ਼ x ਦੀਆਂ ਵੈਲਿਊਜ਼ ਨੂੰ, ਜੋ d ਡੈਸ਼ x ਦੀਆਂ ਵੈਲਿਊਜ਼ ਨੂੰ i ਨਾਲ ਮਲਟੀਪਲਾਈ ਕਰ ਦੋ, ਯੂ ਵਿਲ ਗੈਟ d। ठीक है, डेविएशन आ जाएगी। तो मैं इस स्टेप च लिखूंगा स्टूडेंट्स कि ਜਿਹੜੀ ਮੇਰੀ d है, ठीक है, वो किवें आ रही है, डी आ रही है मेरी ਜਿਹੜੀ स्टैप डेविएशन है, स्टैप डेविएशन उसनों मैं हुण आई नाल मल्टीप्लाई कर दूंगा एंड आई इज 10। तो यानी कि आ सारियां वैल्यूज नूं जो स्टैप डेविएशन दी वैल्यूज है 10 नाल मल्टीप्लाई कर दो, यानी कि -30। ठीक है, फिर -20 देन -10 देन 0 देन 10 देन 20। तो जो स्टूडेंट्स तुहाडे कोल डी दी वैल्यू आ गई तो तुसीं सारे जने स्टूडेंट्स जानते हो कि आपां जो डी दी वैल्यू है वो किस तो निकालते हुंदे हैं, डी इज इक्वल टू जो तुहाडे कोले मिड वैल्यूज हुंदियां ने उस दे विचों आपां अज्यूम्ड वैल्यू नूं माइनस करके, यानी कि जो अज्यूम्ड मीन दी वैल्यू है माइनस करके फिर अपने कोल डेविएशन आउंदी है। ठीक है स्टूडेंट्स, ते साडा स्टूडेंट्स ये जिहड़े स्टैप्स चल रहे आ इस दे विच असीं मिड वैल्यूज निकालांगे। अगर मिड वैल्यूज निकल गए उस तो क्लास इंटरवल्स भी आप आसानी नाल निकाल सकते हैं। तो हुण आप 1 बाय 1 जो इस स्टैप ते पहुंचांगे तो डी दी वैल्यू स्टूडेंट्स है मिड वैल्यू माइनस अज्यूम्ड मीन। ठीक है, हुण नाउ स्टूडेंट्स यू हैव गिवन डी, तुहाडे कोल डी दी वैल्यू भी अवेलेबल है एंड ए दी वैल्यू भी अवेलेबल है बट द मिड वैल्यू इज नॉट अवेलेबल, मिड वैल्यू इज नॉट गिवन। फ्रॉम दिस इक्वेशन यू कैन फाइंड आउट द मिड वैल्यू। तो स्टूडेंट तुसीं इस इक्वेशन चों मिड वैल्यू फाइंड आउट कर सकते हो, यानी कि यह फार्मूला नूं मैं इस तरह भी लिख सकदा है, m मीनस मिड वैल्यू इज इक्वल टू d प्लस a, क्योंकि स्टूडेंट जो a माइनस का इस साइड जाके प्लस हो जाएगा एंड यू विल गेट द वैल्यू ऑफ m मीनस मिड वैल्यू। मीनस तुसीं स्टूडेंट्स क्या करना है, आलियां सारियां वैल्यूज तुहाडे कोल जिहड़ियां हैगियां ने ये सारियां वैल्यूज जिहड़ियां ने ये बिलोंग करदियां ने d नूं। तुसी d दियां वैल्यूज च क्या ऐड कर दो, a। व्हाट इज द वैल्यू ऑफ a? a दी वैल्यू है 35। तो हुण स्टूडेंट्स -30 च जदों तुसी -30 च 35 ऐड करोगे यू विल गेट 5।
ठीक है। नैक्सट जिहड़ा है -20 ਦੇ ਵਿੱਚ ਤੁਸੀਂ ਐਡ ਕਰੋਗੇ -20 प्लस 35, ठीक है जी, क्योंकि ए की वैल्यू 35 स्टूडेंट्स, डी की वैल्यू -30 -10 एंड सो ऑन, ठीक है। फिर थोड़े को इत्थे आएगा 15, नैक्सट टाइम आएगा थोड़े को 25, नैक्सट टाइम आएगा थोड़े को 35, बिकॉज इत्थे 0 प्लस 35 करोगे यू विल गेट, इत्थे आपां 10 माइनस दा सी, ठीक है स्टूडेंट्स। तो इत्थे आएगा स्टूडेंट्स 10 प्लस 35 दैट इज इक्वल्स टू 45, सो 20 प्लस 35 is equal to 55. So in this way students you will get the mid value. ਤਾਂ ਹੁਣ स्टूडेंट ਜਿਹੜੀਆਂ mid values ਨੇ ਇਸ ਤੋਂ ਆਪਾਂ class interval construct ਕਰ ਲਾਂਗੇ। ਤਾਂ स्टूडेंट ਸਾਡੇ ਕੋਲ ਹੁਣ mid values ਆ ਚੁੱਕੀਆਂ ਨੇ ਔਰ ਅਸੀਂ ਜਿਹੜੀਆਂ mid values ਹੈ ਉਹਨਾਂ mid values ਤੋਂ ਹੁਣ ਆਪਾਂ class intervals ਬਣਾਵਾਂਗੇ। ਤਾਂ स्टूडेंट्स ਫਾਰਮੂਲਾ क्या है, ਜਿਹੜੇ ਤੁਹਾਡੇ ਕਲਾਸ ਇੰਟਰਵਲਸ ਨੇ ਉਹ ਕਿਸ ਤਰ੍ਹਾਂ ਕੰਸਟਰਕਟ ਹੁੰਦੇ ਆ। ਇੱਥੇ ਆਪਣੇ ਕੋਲੇ ਕਲਾਸ ਇੰਟਰਵਲਸ ਆਉਣਗੇ, ਠੀਕ ਹੈ। ਤਾਂ ਸਟੂਡੈਂਟਸ ਕਲਾਸ ਇੰਟਰਵਲ 'ਚ ਇੱਕ ਹੁੰਦੀ ਹੈ ਲੋਅਰ ਲਿਮਿਟ, ਠੀਕ ਹੈ, ਲੋਅਰ ਲਿਮਿਟ। ਤਾਂ ਸਟੂਡੈਂਟ ਜਿਹੜੀ ਲੋਅਰ ਲਿਮਿਟ ਹੈ ਉਹ ਕਿਸ ਤਰ੍ਹਾਂ ਨਿਕਲੇਗੀ, ਜਿਹੜੀ ਤੁਹਾਡੀ ਮਿਡ ਵੈਲਿਊ ਹੈ, ਠੀਕ ਹੈ, ਮਿਡ ਵੈਲਿਊ ਉਸ ਦੇ ਵਿੱਚੋਂ ਜਿਹੜੀ ਤੁਹਾਡੀ i ਦੀ ਵੈਲਿਊ ਹੈ ਉਸ ਨੂੰ 2 ਤੇ ਡਿਵਾਈਡ ਕਰਕੇ ਤੁਸੀਂ ਸਬਟ੍ਰੈਕਟ ਕਰ ਦਿਓ, ਯੂ ਵਿਲ ਗੈਟ ਲੋਅਰ ਲਿਮਿਟ। ਐਂਡ ਜਿਹੜੀ ਸਟੂਡੈਂਟ ਤੁਹਾਡੇ ਕੋਲ ਅਪਰ ਲਿਮਿਟ ਹੈ, ਅਪਰ ਲਿਮਿਟ ਹੈ ਉਹ ਤੁਸੀਂ ਕਿਸ ਤਰ੍ਹਾਂ ਨਿਕਾਲੋਗੇ, ਜਿਹੜੀ ਤੁਹਾਡੀ ਪਾਰਟਿਕੂਲਰ ਕਲਾਸ ਦੀ, ਠੀਕ ਹੈ ਜੀ, ਮਿਡ ਵੈਲਿਊ ਹੈ ਉਸ ਨੂੰ ਉਸ ਵਿੱਚ ਤੁਸੀਂ i/2 ਯਾਨੀ ਕਿ ਜਿਹੜਾ ਹੈ ਪਲੱਸ ਕਰ ਦੋਗੇ। एंड स्टूडेंट्स ਤੁਹਾਡੇ ਕੋਲ ਜਿਹੜੀ i ਦੀ ਵੈਲਿਊ ਹੈ that is ਹੈ 10 ਔਰ ਜਦੋਂ ਤੁਸੀਂ i/2 ਕਰੋਗੇ you will get 5 ਔਰ ਤੁਸੀਂ ਕੀ ਕਰਨਾ ਹੈ स्टूडेंट्स, ਜਿਹੜੀ ਤੁਹਾਡੀ ਲੋਅਰ ਲਿਮਿਟ ਹੈ ਉਸ ਨੂੰ ਫਾਈਂਡ ਆਊਟ ਕਰਨ ਲਈ ਹੁਣ ਤੁਸੀਂ ਕੀ ਕਰਨਾ ਹੈ, ਜਿਹੜੀ ਤੁਹਾਡੀ ਮਿਡ ਵੈਲਿਊ ਉਸ ਚੋਂ ਜਸਟ i/2 ਜੋ ਕਿ 5 ਹੈ ਉਸ ਨੂੰ ਮਾਈਨਸ ਕਰਨਾ ਹੈ, ਠੀਕ ਹੈ। ਔਰ ਜੋ ਅਪਰ ਲਿਮਿਟ ਹੈ that is ਮਿਡ ਵੈਲਿਊਜ਼ ਦੇ ਵਿੱਚ ਤੁਸੀਂ 5 प्लस करना है, ठीक है। तो सब तो पहला स्टूडेंट्स मैं लोअर लिमिट्स लिखूंगा। सो जड़ियां आ स्टूडेंट्स वैल्यूज ने ना आ वालियां सारियां, ठीक है, ए वैल्यूज मेरे को मेरिया मिड वैल्यूज ने, ठीक है। और इन्हां मिड वैल्यूज च जदों मैं 5 नू माइनस करूंगा आई विल गेट द लोअर लिमिट। तो हुण सारियां मैं लोअर लिमिट जड़ियां ने वो पहला कैलकुलेट करूंगा। सो मिड वैल्यू इज 5 एंड 5 चों आप 5 माइनस किया, यानी कि ये सारियां वैल्यू चो 5 माइनस कर दो, यू विल गेट लोअर लिमिट। 5 चो 5 माइनस किया 0, 15 चो 5 माइनस किया 10, दैन 25 चो 5 माइनस किया 20, 35 चो माइनस किया 5 30, 45 चो माइनस किया 40, 55 चो माइनस किया 5 50। नैक्सट स्टूडेंट्स है ਤੁਹਾਡੀ अपर लिमिट। अपर लिमिट ਲਈ क्या करो, ਤੁਸੀਂ हर एक वैल्यू ਦੇ ਵਿੱਚ 5 ਐਡ ਕਰ ਦਿਓ ਮਿਡ ਵੈਲਿਊ 'ਚ। 5 + 5 10, 15 + 5 20, 25 ਦੇ ਵਿੱਚ 5 ਐਡ ਕੀਤਾ 30, 35 'ਚ ਐਡ ਕੀਤਾ 5 40, 45 'ਚ ਐਡ ਕੀਤਾ 5 then 40, 55 'ਚ ਐਡ ਕੀਤਾ then students 60। so this is the result students जो ਤੁਹਾਡਾ क्वेश्चन ਤੁਹਾਨੂੰ पुट अप ਕੀਤਾ ਗਿਆ ਸੀ क्लास इंटरवल। so this is the class intervals जो ਆਪਾਂ finally obtain ਕੀਤੇ। ਤਾਂ ਹੁਣ students in short ਤੁਹਾਨੂੰ steps ਦੱਸ ਦਈਏ। then first step try to find out, ठीक है, i ਪਹਿਲੇ step ਤੁਸੀਂ i ਨਿਕਾਲੋ। second step ਦੇ ਵਿੱਚ ਤੁਸੀਂ ਕੀ ਕਰੋ, d ਨਿਕਾਲੋ। d means deviations निकालो, ठीक है, डेविएशंस निकालो। थर्ड स्टेप च स्टूडेंट तुसी क्या करो, मिड वैल्यूज निकालो। मिड वैल्यूज तो बाद स्टूडेंट्स फोर्थ स्टेप च मिड वैल्यूज तो तुसी जेडे क्लास इंटरवल्स ने वो फाइंड आउट कर लो।
ठीक है जी। इन दिस वे स्टूडेंट्स ਤੁਹਾਡਾ ਜਿਹੜਾ ਇਹ ਕੁਐਸਚਨ ਹੈ ਉਹ ਹੋ ਜਾਏਗਾ। ਠੀਕ ਹੈ ਜੀ, ਥੈਂਕ ਯੂ ਸਟੂਡੈਂਟਸ। ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੇ, ਠੀਕ ਹੈ, ਅੰਡਰਸਟੈਂਡੇਬਲ ਹੋਏ, ਦੈਨ ਕਾਈਂਡਲੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਔਰ ਲਾਈਕ ਦਾ ਬਟਨ ਜਿਹੜਾ ਹੈ ਉਹ ਦਬਾ ਦਿਓ ਪਲੀਜ਼। ਥੈਂਕ ਯੂ ਸਟੂਡੈਂਟਸ।